ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਵੀ ਸਾਡੀ ਡਿਮਾਂਡ ਕੋਈ ਨਹੀਂ ਹੈਗੀ। ਡਿਮਾਂਡ ਉਹ ਹੁੰਦੀ ਹੈ ਜਿਹਦੇ ਵਿੱਚ ਕੋਈ ਕੱਚਾ ਅਧਿਆਪਕ ਕਹਿੰਦਾ ਮੈਨੂੰ ਪੱਕਾ ਕਰ ਦਿਓ, ਕਿਸੇ ਦੀ ਤਨਖਾਹ ਘੱਟ ਹੋ ਕਹਿੰਦਾ ਮੇਰੀ ਤਨਖਾਹ ਵੱਧ ਕਰ ਦਿਓ। ਅਸੀਂ ਤਾਂ ਆਪਣੀ ਇੱਕ ਗੱਲ ਰੱਖਣ ਆਏ ਆ ਸਰਕਾਰ ਅੱਗੇ ਵੀ ਸਾਡੇ ਨਾਲ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਧੱਕਾ ਕੀਤਾ ਗਿਆ ਆ। ਇੱਕ ਭਰਤੀ ਉੱਤੇ ਦੋ ਪੇ ਸਕੇਲ ਲਾਗੂ ਕੀਤੇ ਜਾ ਸਕਦੇ, ਉਹ ਵੀ ਉਸ ਭਰਤੀ ਉੱਤੇ ਜਿਸ ਭਰਤੀ ਇੱਕ ਇਸ਼ਤਿਹਾਰ ਇੱਕ ਦਿਨ ਸਮਾਨ ਪੋਸਟ ਉੱਤੇ ਅਸੀਂ ਸਾਰਿਆਂ ਨੇ ਇਕੱਠਿਆਂ ਜੁਆਇਨ ਕੀਤਾ ਆ। ਸਾਨੂੰ ਉਹ ਕਾਨੂੰਨ ਦੱਸਿਆ ਜਾਵੇ ਜਿਸ ਕਾਨੂੰਨ ਦੇ ਤਹਿਤ ਇਹ ਸਾਡੇ ਨਾਲ ਧੱਕਾ ਕਰ ਰਹੇ ਆ। ਔਰ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਆਪ ਮੰਨਦੇ ਆ ਵੀ ਇਹਨਾਂ ਨਾਲ ਇਹ ਧੱਕਾ ਆਇਆ ਹੈ, ਕਿਸੇ ਕਾਨੂੰਨ 'ਚ ਨਹੀਂ ਆਂਦਾ, ਤੇ ਫਿਰ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰਦੇ। ਸੋ ਅੱਜ ਅਸੀਂ ਇਨਸਾਫ ਲੈਣ ਆਏ ਆ, ਅਸੀਂ ਇਨਸਾਫ ਲਿਆ ਬਗੈਰ ਇੱਥੋਂ ਨਹੀਂ ਜਾਣਾ। ਮੈਂ ਦੱਸਣਾ ਚਾਹੁੰਦਾ ਆ ਵੀ ਮੇਰੇ ਮੀਡੀਆ ਭਰਾ ਜਿੰਨੇ ਵੀ ਆ ਰਹੇ ਆ ਉਹ ਪਹਿਲਾਂ ਸਾਡੇ ਕੋਲ ਪੁੱਛੇ ਵੀ ਤੁਹਾਡੀ ਡਿਮਾਂਡ ਕੀ ਹੈ, ਡਿਮਾਂਡ ਦੱਸੀ ਜਾਵੇ। ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਵੀ ਸਾਡੀ ਡਿਮਾਂਡ ਕੋਈ ਨਹੀਂ ਹੈਗੀ। ਡਿਮਾਂਡ ਉਹ ਹੁੰਦੀ ਹੈ ਜਿਹਦੇ ਵਿੱਚ ਕੋਈ ਕੱਚਾ ਅਧਿਆਪਕ ਕਹਿੰਦਾ ਮੈਨੂੰ ਪੱਕਾ ਕਰ ਦਿਓ, ਕਿਸੇ ਦੀ ਤਨਖਾਹ ਘੱਟ ਹੋ ਕਹਿੰਦਾ ਮੇਰੀ ਤਨਖਾਹ ਵੱਧ ਕਰ ਦਿਓ। ਅਸੀਂ ਤਾਂ ਆਪਣੀ ਇੱਕ ਗੱਲ ਰੱਖਣ ਆਏ ਆ ਸਰਕਾਰ ਅੱਗੇ ਵੀ ਸਾਡੇ ਨਾਲ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਧੱਕਾ ਕੀਤਾ ਗਿਆ ਆ। ਉਸ ਧੱਕੇ ਦੇ ਵਿੱਚ ਸਾਨੂੰ ਇਨਸਾਫ ਚਾਹੀਦਾ ਆ। ਅਸੀਂ ਦੱਸਣਾ ਚਾਹੁੰਦੇ ਆ ਵੀ ਅਸੀਂ 2016 ਦੇ ਰੈਗੂਲਰ ਪੋਸਟ ਉੱਤੇ ਰੈਗੂਲਰ ਅਧਿਆਪਕ ਵਜੋਂ ਪਿਛਲੇ 5 ਸਾਲ ਤੋਂ ਸੇਵਾ ਨਿਭਾ ਰਹੇ ਹਾਂ, ਪਰ ਅੱਜ 5 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸਾਡੀ ਭਰਤੀ ਵਿੱਚੋਂ ਸਿਰਫ ਔਰ ਸਿਰਫ 180 ਅਧਿਆਪਕਾਂ ਦੇ ਉੱਤੇ ਕੇਂਦਰੀ ਪੇ ਸਕੇਲ ਲਾਗੂ ਕੀਤੇ ਜਾ ਰਹੇ ਨੇ। ਅਸੀਂ ਪੁੱਛਣਾ ਇਹ ਆ ਵੀ ਅਸੀਂ ਇਕੱਠੇ 4500 ਭਰਤੀ ਹੋਏ ਸੀਗੇ, 4500 ਦੇ ਵਿੱਚੋਂ ਲਗਭਗ 4300 ਨੂੰ ਅੱਡ ਤਨਖਾਹ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਤੇ ਸਾਡੇ ਤੇ 180 ਉੱਤੇ ਕੇਂਦਰੀ ਪੇ ਸਕੇਲ ਲਾਗੂ ਕੀਤਾ ਜਾ ਰਿਹਾ, ਜਿਸ ਵਿੱਚ ਸਾਡੀ 45000 ਤੋਂ ਤਨਖਾਹ 25000 ਕੀਤੀ ਜਾ ਰਹੀ ਆ। ਅਸੀਂ ਸਿਰਫ ਉਹ ਕਾਨੂੰਨ ਇਸ ਸਰਕਾਰ ਕੋਲ ਪੁੱਛਣਾ ਹੈ ਵੀ ਸਾਨੂੰ ਉਹ ਕਾਨੂੰਨ ਦੱਸਿਆ ਜਾਵੇ ਜਿਸ ਕਾਨੂੰਨ ਤਹਿਤ ਇੱਕ ਭਰਤੀ ਉੱਤੇ ਦੋ ਪੇ ਸਕੇਲ ਲਾਗੂ ਕੀਤੇ ਜਾ ਸਕਦੇ, ਉਹ ਵੀ ਉਸ ਭਰਤੀ ਉੱਤੇ ਜਿਸ ਭਰਤੀ ਇੱਕ ਇਸ਼ਤਿਹਾਰ ਇੱਕ ਦਿਨ ਸਮਾਨ ਪੋਸਟ ਉੱਤੇ ਅਸੀਂ ਸਾਰਿਆਂ ਨੇ ਇਕੱਠਿਆਂ ਜੁਆਇਨ ਕੀਤਾ ਆ। ਸਾਨੂੰ ਉਹ ਕਾਨੂੰਨ ਦੱਸਿਆ ਜਾਵੇ ਜਿਸ ਕਾਨੂੰਨ ਦੇ ਤਹਿਤ ਇਹ ਸਾਡੇ ਨਾਲ ਧੱਕਾ ਕਰ ਰਹੇ ਆ। ਅਗਰ ਕਿਸੇ ਕਾਨੂੰਨ ਕਿਸੇ ਕਿਤਾਬ ਦੇ ਵਿੱਚ ਇਹ ਲਿਖਿਆ ਆ ਜੋ ਸਾਡੇ ਨਾਲ ਇਹ ਕਰ ਰਹੇ ਆ, ਤੇ ਸਾਨੂੰ ਇਹਨਾਂ ਦਾ ਇਹ ਜਬਰੀ ਧੱਕਾ ਵੀ ਮਨਜ਼ੂਰ ਹੋਏਗਾ, ਪਰ ਘੱਟੋ ਘੱਟ ਸਾਨੂੰ ਉਹ ਕਾਨੂੰਨ ਦੱਸਿਆ ਜਾਵੇ। ਔਰ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਆਪ ਮੰਨਦੇ ਆ ਵੀ ਇਹਨਾਂ ਨਾਲ ਇਹ ਧੱਕਾ ਆਇਆ ਹੈ, ਕਿਸੇ ਕਾਨੂੰਨ 'ਚ ਨਹੀਂ ਆਂਦਾ, ਤੇ ਫਿਰ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰਦੇ। ਸਾਡੇ ਕੋਲੋਂ ਲਗਾਤਾਰ ਸਮਾਂ ਮੰਗ ਰਹੇ ਆ ਵੀ ਸਾਨੂੰ 1 ਹਫ਼ਤੇ ਦਾ ਸਮਾਂ ਦੇ ਦਿਓ, ਜਦੋਂ ਮਿਲਣ ਦੇ ਆ 1 ਹਫ਼ਤੇ ਦਾ ਸਮਾਂ ਦੇ ਦਿਓ, ਬਟ ਇਹਨਾਂ ਦਾ 1 ਹਫ਼ਤਾ ਮੁੱਕਣ 'ਚ ਨਹੀਂ ਆ ਰਿਹਾ। 5 ਸਾਲ ਹੋ ਚੱਲੇ ਨੇ, ਸਰਕਾਰ ਮੁੱਕਣ ਤੇ ਆ ਗਈ ਹੈ। ਕਹਿਣ ਤੋਂ ਭਾਵ ਵੀ ਸਰਕਾਰ ਜਿਹੜੀ ਹੈ ਚੋਣ ਜ਼ਾਬਤੇ ਵਾਲੇ ਪਾਸੇ ਵਧਦੀ ਪਈ ਹੈ। ਸੋ ਅੱਜ ਅਸੀਂ ਇਨਸਾਫ ਲੈਣ ਆਏ ਆ, ਅਸੀਂ ਇਨਸਾਫ ਲਿਆ ਬਗੈਰ ਇੱਥੋਂ ਨਹੀਂ ਜਾਣਾ। ਮੈਂ ਦੱਸਣਾ ਚਾਹੁੰਦਾ ਆ ਵੀ ਮੇਰੇ ਮੀਡੀਆ ਭਰਾ ਜਿੰਨੇ ਵੀ ਆ ਰਹੇ ਆ ਉਹ ਪਹਿਲਾਂ ਸਾਡੇ ਕੋਲ ਪੁੱਛੇ ਵੀ ਤੁਹਾਡੀ ਡਿਮਾਂਡ ਕੀ ਹੈ, ਡਿਮਾਂਡ ਦੱਸੀ ਜਾਵੇ। ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਵੀ ਸਾਡੀ ਡਿਮਾਂਡ ਕੋਈ ਨਹੀਂ ਹੈਗੀ। ਡਿਮਾਂਡ ਉਹ ਹੁੰਦੀ ਹੈ ਜਿਹਦੇ ਵਿੱਚ ਕੋਈ ਕੱਚਾ ਅਧਿਆਪਕ ਕਹਿੰਦਾ ਮੈਨੂੰ ਪੱਕਾ ਕਰ ਦਿਓ, ਕਿਸੇ ਦੀ ਤਨਖਾਹ ਘੱਟ ਹੋ ਕਹਿੰਦਾ ਮੇਰੀ ਤਨਖਾਹ ਵੱਧ ਕਰ ਦਿਓ। ਅਸੀਂ ਤਾਂ ਆਪਣੀ ਇੱਕ ਗੱਲ ਰੱਖਣ ਆਏ ਆ ਸਰਕਾਰ ਅੱਗੇ ਵੀ ਸਾਡੇ ਨਾਲ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਧੱਕਾ ਕੀਤਾ ਗਿਆ ਆ। ਉਸ ਧੱਕੇ ਦੇ ਵਿੱਚ ਸਾਨੂੰ ਇਨਸਾਫ ਚਾਹੀਦਾ ਆ। ਅਸੀਂ ਦੱਸਣਾ ਚਾਹੁੰਦੇ ਆ ਵੀ ਅਸੀਂ 2016 ਦੇ ਰੈਗੂਲਰ ਪੋਸਟ ਉੱਤੇ ਰੈਗੂਲਰ ਅਧਿਆਪਕ ਵਜੋਂ ਪਿਛਲੇ 5 ਸਾਲ ਤੋਂ ਸੇਵਾ ਨਿਭਾ ਰਹੇ ਹਾਂ, ਪਰ ਅੱਜ 5 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸਾਡੀ ਭਰਤੀ ਵਿੱਚੋਂ ਸਿਰਫ ਔਰ ਸਿਰਫ 180 ਅਧਿਆਪਕਾਂ ਦੇ ਉੱਤੇ ਕੇਂਦਰੀ ਪੇ ਸਕੇਲ ਲਾਗੂ ਕੀਤੇ ਜਾ ਰਹੇ ਨੇ। ਅਸੀਂ ਪੁੱਛਣਾ ਇਹ ਆ ਵੀ ਅਸੀਂ ਇਕੱਠੇ 4500 ਭਰਤੀ ਹੋਏ ਸੀਗੇ, 4500 ਦੇ ਵਿੱਚੋਂ ਲਗਭਗ 4300 ਨੂੰ ਅੱਡ ਤਨਖਾਹ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਤੇ ਸਾਡੇ ਤੇ 180 ਉੱਤੇ ਕੇਂਦਰੀ ਪੇ ਸਕੇਲ ਲਾਗੂ ਕੀਤਾ ਜਾ ਰਿਹਾ, ਜਿਸ ਵਿੱਚ ਸਾਡੀ 45000 ਤੋਂ ਤਨਖਾਹ 25000 ਕੀਤੀ ਜਾ ਰਹੀ ਆ। ਅਸੀਂ ਸਿਰਫ ਉਹ ਕਾਨੂੰਨ ਇਸ ਸਰਕਾਰ ਕੋਲ ਪੁੱਛਣਾ ਹੈ ਵੀ ਸਾਨੂੰ ਉਹ ਕਾਨੂੰਨ ਦੱਸਿਆ ਜਾਵੇ ਜਿਸ ਕਾਨੂੰਨ ਤਹਿਤ ਇੱਕ ਭਰਤੀ ਉੱਤੇ ਦੋ ਪੇ ਸਕੇਲ ਲਾਗੂ ਕੀਤੇ ਜਾ ਸਕਦੇ, ਉਹ ਵੀ ਉਸ ਭਰਤੀ ਉੱਤੇ ਜਿਸ ਭਰਤੀ ਇੱਕ ਇਸ਼ਤਿਹਾਰ ਇੱਕ ਦਿਨ ਸਮਾਨ ਪੋਸਟ ਉੱਤੇ ਅਸੀਂ ਸਾਰਿਆਂ ਨੇ ਇਕੱਠਿਆਂ ਜੁਆਇਨ ਕੀਤਾ ਆ। ਸਾਨੂੰ ਉਹ ਕਾਨੂੰਨ ਦੱਸਿਆ ਜਾਵੇ ਜਿਸ ਕਾਨੂੰਨ ਦੇ ਤਹਿਤ ਇਹ ਸਾਡੇ ਨਾਲ ਧੱਕਾ ਕਰ ਰਹੇ ਆ। ਅਗਰ ਕਿਸੇ ਕਾਨੂੰਨ ਕਿਸੇ ਕਿਤਾਬ ਦੇ ਵਿੱਚ ਇਹ ਲਿਖਿਆ ਆ ਜੋ ਸਾਡੇ ਨਾਲ ਇਹ ਕਰ ਰਹੇ ਆ, ਤੇ ਸਾਨੂੰ ਇਹਨਾਂ ਦਾ ਇਹ ਜਬਰੀ ਧੱਕਾ ਵੀ ਮਨਜ਼ੂਰ ਹੋਏਗਾ, ਪਰ ਘੱਟੋ ਘੱਟ ਸਾਨੂੰ ਉਹ ਕਾਨੂੰਨ ਦੱਸਿਆ ਜਾਵੇ। ਔਰ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਆਪ ਮੰਨਦੇ ਆ ਵੀ ਇਹਨਾਂ ਨਾਲ ਇਹ ਧੱਕਾ ਆਇਆ ਹੈ, ਕਿਸੇ ਕਾਨੂੰਨ 'ਚ ਨਹੀਂ ਆਂਦਾ, ਤੇ ਫਿਰ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰਦੇ। ਸਾਡੇ ਕੋਲੋਂ ਲਗਾਤਾਰ ਸਮਾਂ ਮੰਗ ਰਹੇ ਆ ਵੀ ਸਾਨੂੰ 1 ਹਫ਼ਤੇ ਦਾ ਸਮਾਂ ਦੇ ਦਿਓ, ਜਦੋਂ ਮਿਲਣ ਦੇ ਆ 1 ਹਫ਼ਤੇ ਦਾ ਸਮਾਂ ਦੇ ਦਿਓ, ਬਟ ਇਹਨਾਂ ਦਾ 1 ਹਫ਼ਤਾ ਮੁੱਕਣ 'ਚ ਨਹੀਂ ਆ ਰਿਹਾ। 5 ਸਾਲ ਹੋ ਚੱਲੇ ਨੇ, ਸਰਕਾਰ ਮੁੱਕਣ ਤੇ ਆ ਗਈ ਹੈ। ਕਹਿਣ ਤੋਂ ਭਾਵ ਵੀ ਸਰਕਾਰ ਜਿਹੜੀ ਹੈ ਚੋਣ ਜ਼ਾਬਤੇ ਵਾਲੇ ਪਾਸੇ ਵਧਦੀ ਪਈ ਹੈ। ਸੋ ਅੱਜ ਅਸੀਂ ਇਨਸਾਫ ਲੈਣ ਆਏ ਆ, ਅਸੀਂ ਇਨਸਾਫ ਲਿਆ ਬਗੈਰ ਇੱਥੋਂ ਨਹੀਂ ਜਾਣਾ।